ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਪ੍ਰੋਗਰਾਮ ਦੇ ਵਿੱਚ। ਮੈਂ ਕਵਿਤਾ ਸਿੰਘ ਹਾਜ਼ਰ ਤੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ ਸਾਡੇ ਨਾਲ। ਸਰ ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਿਸ ਸ਼ੋ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਸਾਡਾ ਪ੍ਰੋਗਰਾਮ ਜੀ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ ਤੇ ਘਰ ਬੈਠੇ ਬਿਠਾਏ ਜੀ ਅੱਜ ਵੀ ਇਨਫੋਰਮੇਸ਼ਨ ਲੈ ਕੇ ਹਾਜ਼ਰ ਹਾਂ। ਜੋ ਵੀ ਅਪਡੇਸ਼ਨ ਰਹਿਣਗੀਆਂ ਉਹ ਡਿਸਕਸ ਕੀਤੀਆਂ ਜਾਣਗੀਆਂ। ਨੰਬਰ ਤੁਹਾਡੀ ਸਕਰੀਨ ਦੇ ਉੱਤੇ ਜਲਦੀ ਦੇ ਨਾਲ ਨੰਬਰਾਂ ਨੂੰ ਨੋਟ ਡਾਊਨ ਕਰੋ, ਆਪਣੇ ਸਵਾਲ ਸਾਂਝੇ ਕਰ ਸਕਦੇ ਹੋ ਜੀ ਇਹਨਾਂ ਦੇ ਫੇਸਬੁੱਕ ਪੇਜ ਦੇ ਜ਼ਰੀਏ ਤੇ ਨਾਲ ਹੀ YouTube ਚੈਨਲ ਲੈਂਡਮਾਰਕ ਇਮੀਗ੍ਰੇਸ਼ਨ ਦਾ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਤੇ ਫਿਲਹਾਲ ਜਿਹੜਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੈ ਖਾਸ ਤੌਰ ਤੇ ਕਿਉਂਕਿ ਲਗਾਤਾਰ ਅਸੀਂ ਡੁਲਿੰਗੋ ਟੈਸਟ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕਰਦੇ ਆਏ ਨੇ ਜੀ ਸਾਡੇ ਸਟੱਡੀ ਵੀਜ਼ਾ ਐਕਸਪਰਟ। ਸੋ ਸਟੂਡੈਂਟਸ ਦੇ ਸਵਾਲ ਵੀ ਰਹੇ ਕਿ ਵੀ ਵਾਕਿਆ ਦੇ ਵਿੱਚ ਅਗਰ ਅਸੀਂ ਡੁਲਿੰਗੋ ਟੈਸਟ ਪਾਸ ਆਊਟ ਕਰ ਲੈਂਦੇ ਹਾਂ ਤਾਂ ਕੀ ਸਾਡਾ ਜਿਹੜਾ ਵੀਜ਼ਾ ਹੈਗਾ ਉਹ ਗ੍ਰਾਂਟ ਹੋਏਗਾ ਜਾਂ ਫਿਰ ਨਹੀਂ। ਹੁਣ ਆਇਲਟਸ ਕਰਨ ਸਟੂਡੈਂਟਸ ਜਾਂ ਫਿਰ ਡੁਲਿੰਗੋ ਟੈਸਟ ਕਰਨ, ਇਹਦੇ ਵਿੱਚ ਕਾਫੀ ਕਨਫਿਊਜ਼ਨ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਹੀ ਯਾਨੀ ਕਿ ਜਿਹੜੇ ਜਵਾਬ ਹੈਗੇ ਨੇ ਲਵਾਂਗੇ ਤੇ ਸਾਡਾ ਸਾਥ ਦੇਣਗੇ ਸਾਡੇ ਸਟੱਡੀ ਵੀਜ਼ਾ ਐਕਸਪਰਟ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ। ਜਸਮੀਤ ਸਰ, ਜਦੋਂ ਮੈਂ ਕਿਹਾ ਵੀ ਇੱਕ ਤਰਫ ਡੁਲਿੰਗੋ ਟੈਸਟ ਹੈਗਾ ਤੇ ਹੁਣ ਇੱਕ ਤਰਫ ਆਇਲਟਸ ਹੋ ਗਿਆ, ਸਟੂਡੈਂਟਸ ਕਨਫਿਊਜ਼ਡ ਹੈਗੇ ਨੇ ਕਿ ਵੀ ਅਸੀਂ ਹੁਣ ਕਰੀਏ ਤਾਂ ਕੀ। ਸੀ ਪਹਿਲੀ ਗੱਲ ਤਾਂ ਮੈਂ ਆਇਲਟਸ ਬਾਰੇ ਗੱਲ ਕਰਦਾ। ਦੇਖੋ ਆਇਲਟਸ ਜਿਹੜਾ ਹੈਗਾ ਉਹ 4 ਘੰਟੇ ਦਾ ਟੈਸਟ ਹੁੰਦਾ। ਸੋ ਵੇਅਰ ਐਜ਼ ਡੁਲਿੰਗੋ ਟੈਸਟ ਇਜ਼ ਜਸਟ ਫॉर 1 ਆਵਰ। 1 ਘੰਟੇ ਦਾ ਟੈਸਟ ਹੈ ਡੁਲਿੰਗੋ ਟੈਸਟ। ਡੁਲਿੰਗੋ ਟੈਸਟ ਕਿਉਂ ਲਿਆਂਦਾ ਗਿਆ ਕੈਨੇਡੀਅਨ ਯੂਨੀਵਰਸਿਟੀਜ਼ ਔਰ ਕਾਲਜਿਸ ਨੇ? ਕਿਉਂਕਿ ਲੋਕਡਾਊਨ ਦੇ ਦੌਰਾਨ ਆਇਲਟਸ ਟੈਸਟ ਸੈਂਟਰਸ ਅੱਜ ਦੀ ਡੇਟ 'ਚ ਵੀ ਖੁੱਲੇ ਨਹੀਂ ਨੇ, ਪਰ ਅਪਡੇਟ ਇਹ ਹੈ ਕਿ ਅਗਸਤ ਤੋਂ ਟੈਸਟ ਹੋਣੇ ਪੱਕਾ ਸ਼ੁਰੂ ਹੈ। ਸ਼ਾਇਦ ਜੁਲਾਈ ਤੋਂ ਵੀ ਟੈਸਟ ਹੋ ਸਕਦੇ ਨੇ ਆਇਲਟਸ ਟੈਸਟ ਦੇ। ਬਟ ਡਿਊਲਿੰਗੋ ਹੁਣ ਅਸੀਂ ਘਰ ਬੈਠੇ ਹਾਂ, ਪਰ ਘਰ ਸਾਡੇ ਕੋਲ ਕੋਈ ਟੈਸਟ ਦੀ ਮਾਨਤਾ ਪ੍ਰਾਪਤ ਇੱਦਾਂ ਦਾ ਕੋਈ ਟੈਸਟ ਨਹੀਂ ਸੀ ਜਿਹਨੂੰ ਮਾਨਤਾ ਪ੍ਰਾਪਤ ਹੋਵੇ ਤਾਂ ਅਸੀਂ ਘਰ ਬੈਠੇ ਦੇ ਸਕੀਏ। ਤਾਂ ਕੈਨੇਡੀਅਨ ਕਾਲਜਿਸ ਨੇ ਪਹਿਲਾਂ 10 ਨੇ ਐਕਸੈਪਟ ਕੀਤਾ, ਫਿਰ 20 ਨੇ ਕੀਤਾ, ਫਿਰ 30 ਨੇ ਕੀਤਾ, ਔਰ ਅੱਜ ਦੀ ਡੇਟ 'ਚ 130 ਕਾਲਜ ਜਿਹੜੇ ਹੈਗੇ ਆ ਉਹ ਡੁਲਿੰਗੋ ਟੈਸਟ ਨੂੰ ਐਕਸੈਪਟ ਕਰ ਰਹੇ ਨੇ ਕੈਨੇਡਾ 'ਚ। US ਬੇਸਡ ਟੈਸਟ ਹੈਗਾ ਸੀ ਡੁਲਿੰਗੋ। US 'ਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਐਕਸੈਪਟ ਕਰ ਰਹੀਆਂ ਸੀ, ਬਟ ਕੈਨੇਡਾ 'ਚ ਇਹ COVID-19 ਦੀ ਸਿਚੁਏਸ਼ਨ ਕਰਕੇ 130 ਯੂਨੀਵਰਸਿਟੀਆਂ ਔਰ ਕਾਲਜਿਸ ਨੇ ਇਸ ਟੈਸਟ ਨੂੰ ਮਾਨਤਾ ਪ੍ਰਾਪਤ ਦਿੱਤੀ ਔਰ ਉਹਨੂੰ ਕਿਹਾ ਕਿ ਜੇ ਤੁਸੀਂ ਡੁਲਿੰਗੋ ਟੈਸਟ ਘਰ ਬੈਠੇ ਕਰਦੇ ਹੋ ਤਾਂ ਤੁਹਾਨੂੰ ਯੂਨੀਵਰਸਿਟੀ ਕਾਲਜ 'ਚ ਐਡਮਿਸ਼ਨ ਮਿਲੇਗੀ। ਸੋ ਸਟੂਡੈਂਟਸ ਜਿਹੜੇ ਘਰ ਬੈਠੇ ਆ ਉਹਨਾਂ ਲਈ ਇੱਕ ਬਹੁਤ ਵੱਡੀ, ਜਿਹਨੂੰ ਮੈਂ ਕਹਾਂ ਕਿ ਓਪਰਚੁਨਿਟੀ ਹੈ। ਇੱਕ ਪਾਸੇ ਅਸੀਂ 4 ਘੰਟੇ ਦਾ ਆਇਲਟਸ ਦਾ ਟੈਸਟ ਦਿੰਦੇ ਆ, ਸਾਰੇ ਮੋਡਿਊਲਸ ਦੇ 1 ਘੰਟੇ ਦੇ ਟੈਸਟ ਦਿੰਦੇ ਆ, ਔਰ ਦੂਜੇ ਪਾਸੇ ਅਸੀਂ 1 ਘੰਟੇ 'ਚ ਚਾਰੋਂ ਮੋਡਿਊਲ ਕਰ ਲੈਂਦੇ ਆ। ਸੋ ਐਜ਼ ਕੰਪੇਅਰ ਟੂ ਆਇਲਟਸ ਪਹਿਲੀ ਗੱਲ ਤਾਂ ਆਸਾਨ ਹੈ ਟੈਸਟ। ਸੋ 130 ਕਾਲਜਿਸ ਐਕਸੈਪਟ ਕਰ ਰਹੇ ਨੇ, ਇਹ ਵੀ ਬੜੀ ਵੱਡੀ ਗੱਲ ਹੈ। ਫਿਰ ਸਕੋਰਸ ਆ ਜਾਂਦੇ ਆ ਕਿ ਕੀ ਸਕੋਰ ਐਕਸੈਪਟ ਹੋ ਰਿਹਾ, ਡੁਲਿੰਗੋ ਦਾ ਕੀ ਸਕੋਰ ਐਕਸੈਪਟ ਹੋ ਰਿਹਾ। ਸੋ ਜਿਹੜਾ ਡੁਲਿੰਗੋ ਦਾ ਸਕੋਰ ਹੈ ਉਹ 95 ਤੋਂ ਲੈ ਕੇ 115 ਤੱਕ ਐਕਸੈਪਟ ਕਰ ਰਹੇ ਨੇ ਕਾਲਜਿਸ ਆਪਣੀ ਰਿਕੁਆਇਰਮੈਂਟ ਦੇ ਨਾਲ। ਹਾਂਜੀ, ਸਰਕਾਰੀ ਕਾਲਜ ਦੀ ਰਿਕੁਆਇਰਮੈਂਟ ਅੰਡਰ ਗ੍ਰੈਜੂਏਟ ਕੋਰਸ ਦੀ ਹੈਗੀ ਹੈ 95, ਜਿਹੜਾ ਕਿ ਬਹੁਤ ਹੀ ਆਸਾਨ ਹੈ 95 ਲੈਣਾ। ਸੋ ਸਾਡੀ ਟੀਮ ਨੇ ਡੁਲਿੰਗੋ ਟੈਸਟ ਕੀਤਾ, ਪੂਰਾ ਟੈਸਟ ਕਰਕੇ ਤਾਂ ਹੀ ਮੈਂ ਤੁਹਾਨੂੰ ਦੱਸ ਰਿਹਾ ਕਿ 13 ਕੁਐਸਚਨ ਹੈਗੇ ਡੁਲਿੰਗੋ ਟੈਸਟ 'ਚ। ਐਜ਼ ਕੰਪੇਅਰ ਟੂ ਆਇਲਟਸ ਬਹੁਤ ਹੀ ਆਸਾਨ ਹੈ ਟੈਸਟ। ਔਰ ਜੇ ਅਸੀਂ ਘਰ ਬੈਠੇ ਡੁਲਿੰਗੋ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਾਂ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਨੇ ਆਪਣਾ ਘਰ ਬੈਠੇ ਇੰਗਲਿਸ਼ ਦੀ ਤਿਆਰੀ ਕਰਨ ਲਈ ਆਇਲਟਸ ਐਕੈਡਮਿਕ, ਆਇਲਟਸ ਜਰਨਲ ਜਾਂ ਫਿਰ ਡੁਲਿੰਗੋ ਟੈਸਟ ਦੀ ਤਿਆਰੀ ਲਈ ਆਪਣਾ ਪੋਰਟਲ ਤਿਆਰ ਕੀਤਾ ਹੈ, ਜਿਹਦੇ ਵਿੱਚ ਸਾਰੇ ਮੋਡਿਊਲ ਕਵਰ ਹੋ ਰਹੇ ਨੇ ਔਰ ਘਰ ਬੈਠੇ ਤੁਸੀਂ ਆਪਣੀ ਡੁਲਿੰਗੋ ਦੀ ਔਰ ਆਇਲਟਸ ਦੀ ਤਿਆਰੀ ਕਰ ਸਕਦੇ ਹੋ। ਬਹੁਤ ਹੀ ਨੋਮੀਨਲ ਜਿਹਾ ਖਰਚਾ ਹੈਗਾ। ਉਹਦੇ ਬਾਰੇ ਜਾਣਕਾਰੀ ਲੈਣ ਲਈ, ਡੈਮੋ ਲੈਣ ਲਈ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ। ਸਾਡੇ ਨੰਬਰ ਦਿੱਤੇ ਗਏ 90413 90412 ਤੇ ਕਾਲ ਕਰੋ। ਨਹੀਂ ਤਾਂ ਸਾਨੂੰ ਜੇ ਕੋਈ ਵੀ ਹੋਰ ਆਪਣੇ ਕੇਸ ਦੀ ਤੁਸੀਂ ਅਸੈਸਮੈਂਟ ਕਰਾਣੀ ਹੈ, ਤੁਸੀਂ ਡੁਲਿੰਗੋ ਟੈਸਟ ਕਰ ਲਿਆ, ਆਇਲਟਸ ਟੈਸਟ ਕੀਤਾ ਹੋਇਆ ਸੀ ਤਾਂ ਵੀ ਤੁਹਾਨੂੰ ਕਨਫਿਊਜ਼ਨ ਹੈ, ਹਲੇ ਅਸੀਂ ਅਪਲਾਈ ਨਹੀਂ ਕੀਤਾ ਕੇਸ, ਤਾਂ ਤੁਸੀਂ info@landmark immigration ਤੇ ਆਪਣੇ ਡਾਕੂਮੈਂਟਸ ਭੇਜੋ। ਮੈਂ ਅਸੈਸਮੈਂਟ ਕਰਕੇ ਤੁਹਾਨੂੰ ਗਾਈਡ ਕਰਾਂਗਾ ਕਿ ਕਿੱਥੇ ਤੁਹਾਡਾ ਵੀਜ਼ਾ ਲੱਗ ਸਕਦਾ। ਫਿਰ ਅਸੀਂ ਮੁੜ ਕੇ ਡੁਲਿੰਗੋ ਤੇ ਹੀ ਆ ਜਾਂਦੇ ਹਾਂ, ਕਿਉਂਕਿ ਡੁਲਿੰਗੋ ਟੈਸਟ ਦੇ ਉੱਤੇ ਬਹੁਤ ਸਾਰੇ ਸਵਾਲ ਹੈ ਲੋਕਾਂ ਦੇ ਮਨ 'ਚ ਕਿ ਡੁਲਿੰਗੋ ਟੈਸਟ ਅਸੀਂ ਕਰੀਏ ਜਾਂ ਨਾ ਕਰੀਏ। ਹਲੇ ਵੀ ਬਹੁਤ ਸਾਰੇ ਕਨਫਿਊਜ਼ ਹੈ। ਕੱਲ੍ਹ ਵੀ ਮੈਂ ਕਿਸੇ ਲਾਈਵ ਸ਼ੋਅ ਤੇ ਬੈਠਾ ਸੀ ਔਰ ਤਕਰੀਬਨ ਮੈਨੂੰ 50 ਤੋਂ 60 ਕਾਲ ਮੈਂ ਅਟੈਂਡ ਕਰ ਪਾਇਆ ਲਾਈਵ ਸ਼ੋਅ ਦੇ ਦੌਰਾਨ। ਤੇ ਲਾਈਵ ਸ਼ੋਅ ਦੇ ਦੌਰਾਨ ਦੇਖੋ ਅੱਜ ਦੀ ਡੇਟ 'ਚ ਮੈਨੂੰ ਇੱਦਾਂ ਦੇ ਸਟੂਡੈਂਟਸ ਦੀ ਵੀ ਕਾਲ ਆਈ ਜਿਨ੍ਹਾਂ ਨੇ 2018 'ਚ +2 ਕੀਤੀ ਸੀ, 2019 'ਚ ਆਇਲਟਸ ਕੀਤੀ ਸੀ, ਪਰ ਹੱਲੇ ਤੱਕ ਡਿਸਾਈਡ ਨਹੀਂ ਕਰ ਪਾਏ
ਕਿ ਮੈਂ ਅਪਲਾਈ ਕਰਾਂ ਕਿ ਨਹੀਂ ਕਰਾਂ। ਸੋ ਪਹਿਲੀ ਗੱਲ ਤਾਂ ਆਪਣੇ ਦਿਮਾਗ 'ਚੋਂ ਇਹ ਕੱਢ ਦਿਓ ਕਿ ਜਿਹੜਾ ਕੰਮ ਅਸੀਂ ਕਰਨਾ ਹੈ ਉਹਦੇ ਲਈ ਸਾਨੂੰ ਫਰਸਟ ਸਟੈਪ ਚੁੱਕਣਾ ਪੈਣਾ। ਤੁਸੀਂ ਸਾਲ ਹੋ ਗਿਆ ਆਈਲੈਟਸ ਕਰੇ ਬੈਠੇ, ਘਰ ਬੈਠੇ ਹੋਏ ਹੋ, ਪਰ ਤੁਸੀਂ ਅਪਲਾਈ ਨਹੀਂ ਕਰ ਰਹੇ, ਹੱਲੇ ਵੀ ਕਨਫਿਊਜ਼ਡ ਹੋ, ਤਾਂ ਮੈਂ ਤੁਹਾਨੂੰ ਇਹ ਕਹਾਂਗੀ ਸਪਟੈਂਬਰ ਇਨਟੇਕ ਜਾਂ ਜਨਵਰੀ ਇਨਟੇਕ ਬੈਸਟ ਟਾਈਮ ਟੂ ਅਪਲਾਈ ਫॉर ਐਨੀ ਕੰਟਰੀ। ਅੱਜ ਦੀ ਡੇਟ 'ਚ ਆਫਰ ਲੈਟਰਸ, ਕੈਸ਼ ਲੈਟਰ ਜਿਹਨੂੰ ਕਹਿੰਦੇ ਆ, ਯੂਕੇ ਸਟੂਡੈਂਟ ਨੂੰ ਹੈਲਪ, ਕੈਨੇਡਾ ਤੋਂ ਸਟੂਡੈਂਟ ਨੂੰ ਹੈਲਪ, ਆਸਟ੍ਰੇਲੀਆ ਤੋਂ ਸਟੂਡੈਂਟ ਨੂੰ ਹੈਲਪ। ਅਸੀਂ ਯੂਨੀਵਰਸਿਟੀ ਨੂੰ ਕੁਝ ਵੀ ਕਹਿ ਕੇ ਕਿਸੇ ਵੀ ਸਟੂਡੈਂਟ ਨੂੰ ਹੈਲਪ ਦਵਾ ਸਕਦੇ ਹਾਂ, ਕਿਉਂਕਿ ਅੱਜ ਦੀ ਡੇਟ 'ਚ ਸਟੂਡੈਂਟਸ ਦੀ ਲੋੜ ਹੈਗੀ ਹੈ। ਪਰ ਜੇ ਤੁਸੀਂ ਅੱਜ ਤੋਂ ਮਹੀਨੇ ਬਾਅਦ ਦੀ ਗੱਲ ਕਰੋਗੇ ਕਿ ਅੱਜ ਜੂਨ ਚੱਲ ਰਿਹਾ ਔਰ ਜੁਲਾਈ 'ਚ ਜੇ ਸਾਰੇ ਬਾਰਡਰ ਖੁੱਲ ਗਏ, ਸਭ ਕੁਝ ਨਾਰਮਲ ਹੋ ਗਿਆ, ਤਾਂ ਇੰਨਾ ਰਸ਼ ਪੈ ਜਾਣਾ ਕਿ ਸਟੂਡੈਂਟਸ ਨੂੰ ਕੀ ਕਹਿੰਦੇ ਆਫਰ ਲੈਟਰ ਲੈਣ 'ਚ ਵੀ ਦਿੱਕਤ ਆਏਗੀ। ਜੋ ਅੱਜ ਫੈਸਿਲਿਟੀ ਮਿਲ ਰਹੀ ਹੈ ਉਹ ਅਗਲੇ ਮਹੀਨੇ ਸ਼ਾਇਦ ਹੀ ਮਿਲੇ ਸਟੂਡੈਂਟਸ ਨੂੰ। ਸੋ ਇਸ ਲਈ ਮੇਰੀ ਸਾਰੀ ਸਟੂਡੈਂਟਸ ਨੂੰ ਇਹੀ ਐਡਵਾਈਸ ਹੈਗੀ ਹੈ, ਜੇ ਤੁਸੀਂ ਘਰ ਬੈਠੇ ਹੋ, ਇੰਗਲਿਸ਼ ਦਾ ਟੈਸਟ ਕਲੀਅਰ ਕੀਤਾ ਹੋਇਆ, ਤਾਂ ਜਲਦੀ ਤੋਂ ਜਲਦੀ ਆਪਣੀ ਆਫਰ ਲੈਟਰ ਅਸੀਂ ਅਪਲਾਈ ਕਰੀਏ। ਜੇ ਤੁਸੀਂ ਇੰਗਲਿਸ਼ ਦਾ ਟੈਸਟ ਨਹੀਂ ਕੀਤਾ ਹੋਇਆ ਤਾਂ ਡਿਊਲਿੰਗੋ ਟੈਸਟ ਕਰਕੇ ਆਪਣੀ ਆਫਰ ਲੈਟਰ ਅਪਲਾਈ ਕਰੀਏ ਜੀ। ਸੋ ਡੁਓਲਿੰਗੋ ਟੈਸਟ ਇਹ ਸਿਰਫ ਸਟੂਡੈਂਟਸ ਦੇ ਵਾਸਤੇ ਜਿਹੜੇ ਸਟੱਡੀ ਵੀਜ਼ਾ ਤੇ ਜਾਣਗੇ, ਨਾਟ ਫॉर ਕਿ ਜਿੱਦਾਂ ਪੀਆਰ ਦੇ ਵਾਸਤੇ ਅਪਲਾਈ ਕਰਦੇ ਨੇ। ਡੁਓਲਿੰਗੋ ਟੈਸਟ ਇਜ਼ ਓਨਲੀ ਫॉर ਸਟੂਡੈਂਟਸ ਰਾਈਟ ਨਾਓ, ਔਰ ਇਹਦੇ ਬਾਰੇ ਵੀ ਹੱਲੇ ਅਪਡੇਟਸ ਬਹੁਤ ਸਾਰੇ ਆਣਗੇ। ਠੀਕ ਹੈ, ਜਿਹਨੂੰ ਕਹਿੰਦੇ ਕਿ ਹੱਲੇ ਯੂਨੀਵਰਸਿਟੀਜ਼ ਨੇ ਐਕਸੈਪਟ ਕਰਨਾ ਸ਼ੁਰੂ ਕਰਤਾ ਹੈ, ਔਰ ਇਹਦੇ ਬਾਰੇ ਬਹੁਤ ਸਾਰੇ ਅਪਡੇਟਸ ਆਣਗੇ ਜੀ। ਯਾਨੀ ਕਿ ਆਉਣ ਵਾਲੇ ਟਾਈਮ 'ਚ ਜਿੱਦਾਂ ਹੁਣ ਰਿਕੁਆਇਰਮੈਂਟਸ ਚੇਂਜ ਹੁੰਦੀਆਂ ਨੇ, ਇਹ ਵੀ ਇੱਕ ਰਿਕੁਆਇਰਮੈਂਟ ਅਸੀਂ ਕਾਊਂਟ ਕਰ ਸਕਦੇ ਹਾਂ ਵੀ ਸ਼ਾਇਦ ਐਮਬੈਸੀ ਇਹਨੂੰ ਵੀ ਲੀਗਲ ਲਾਈਕ ਕਿ ਵੀ ਹਾਂਜੀ ਇਹਨੂੰ ਮਾਨਤਾ ਮਿਲ ਜਾਏਗੀ ਕਿ ਹਾਂਜੀ ਐਕਸੈਪਟ ਕਰ ਲਏਗੀ ਐਮਬੈਸੀ। ਸੀ ਦੇਖੋ, ਅਸੀਂ ਕੈਨੇਡਾ ਔਰ ਯੂਕੇ ਦੀ ਵਾਰੀ-ਵਾਰੀ ਗੱਲ ਕਰਾਂਗੇ, ਕਿਉਂਕਿ ਅੱਜ ਦੀ ਡੇਟ 'ਚ ਦੋ ਕੰਟਰੀ ਬਹੁਤ ਜ਼ਿਆਦਾ ਕਿਨੇ ਸਟੂਡੈਂਟਸ ਨੂੰ ਆਕਰਸ਼ਿਤ ਕਰ ਰਹੇ ਨੇ। ਇੱਕ ਕੈਨੇਡਾ, ਠੀਕ ਹੈ, ਤੇ ਦੂਜਾ ਯੂਕੇ। ਜੀ ਜੀ। ਇਸ ਤੋਂ ਇਲਾਵਾ ਮੇਰੇ ਹਿਸਾਬ ਨਾਲ ਨਾ ਸਟੂਡੈਂਟਸ ਦੀ ਇੰਨੀ ਕੁਐਰੀ ਆ ਰਹੀ ਹੈ ਆਸਟ੍ਰੇਲੀਆ ਜਾਣ ਬਾਰੇ, ਨਾ ਸਟੂਡੈਂਟਸ ਦੀ ਇੰਨੀ ਕੁਐਰੀ ਆ ਰਹੀ ਹੈ ਨਿਊਜ਼ੀਲੈਂਡ ਜਾਣ ਬਾਰੇ। ਸੋ ਬਹੁਤ ਹੀ ਘੱਟ ਸਟੂਡੈਂਟ ਹੈਗੇ ਆ ਕਿ ਜਿਹੜੇ ਜ਼ਿਆਦਾ ਕੁਐਰੀ ਕਰ ਰਹੇ ਨੇ। ਠੀਕ ਹੈ। ਸੋ ਕੈਨੇਡਾ ਦੀ ਅਸੀਂ ਗੱਲ ਕਰਦੇ ਹਾਂ। ਅਸੀਂ ਕੈਨੇਡਾ 'ਚ ਸਾਰਿਆਂ ਨੂੰ ਪਤਾ ਹੈ ਕਿ ਦੋ ਸਟਰੀਮਸ ਹੁੰਦੀਆਂ ਵੀਜ਼ਾ ਲੈਣ ਲਈ ਜੀ। ਵਨ ਇਜ਼ SDS ਸਟਰੀਮ, ਵਨ ਇਜ਼ ਜਨਰਲ ਸਟਰੀਮ। ਜਨਰਲ ਸਟਰੀਮ ਜਿਹਨੂੰ ਅਸੀਂ ਕਹਿੰਦੇ ਆ ਨੌਨ SDS ਸਟਰੀਮ। ਦੇਖੋ, ਜੇ ਕੈਨੇਡਾ ਹਾਈ ਕਮਿਸ਼ਨ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ SDS ਸਟਰੀਮ ਵਿੱਚ ਸਿਰਫ ਆਈਲੈਟਸ ਨੂੰ ਮਾਨਤਾ ਪ੍ਰਾਪਤ ਕੀਤਾ ਹੋਇਆ, ਔਰ ਜੇ ਤੁਸੀਂ SDS ਸਟਰੀਮ 'ਚ ਤੁਸੀਂ ਅਪਲਾਈ ਕਰਦੇ ਹੋ ਤਾਂ ਆਈਲੈਟਸ ਹੋਣੀ ਜ਼ਰੂਰੀ ਹੈ। ਆਈਲੈਟਸ ਤੋਂ ਬਿਨਾ ਅਸੀਂ SDS ਸਟਰੀਮ 'ਚ ਅਪਲਾਈ ਨਹੀਂ ਕਰ ਸਕਦੇ, ਔਰ ਸਪੈਸੀਫਿਕ ਸਕੋਰ ਹੋਣਾ ਜ਼ਰੂਰੀ ਹੈ। 6 ਈਚ ਦਾ ਸਕੋਰ ਹੋਣਾ ਜ਼ਰੂਰੀ ਹੈ। ਪਰ ਮੈਂ ਫੇਰ ਇੱਥੇ ਗੱਲ ਕਰਾਂਗਾ ਕਿ ਮੈਨੂੰ 6 ਈਚ, 7 ਬੈਂਡ, 8 ਬੈਂਡਸ ਵਾਲੇ ਸਟੂਡੈਂਟਸ ਦੇ ਕੇਸ ਰਿਫਿਊਜ਼ ਹੋਏ ਆ। ਲਾਈਵ ਸ਼ੋਅ 'ਚ ਮੈਨੂੰ ਇਦਾਂ ਦੀਆਂ ਕਾਲਸ ਬਹੁਤ ਆਈਆਂ ਕਿ ਸਰ ਮੇਰੇ 6 ਈਚ ਬੈਂਡ ਸੀ, ਪਰਸੈਂਟੇਜ ਵੀ ਚੰਗੀ ਸੀ, ਮੇਰਾ ਕੇਸ ਰਿਫਿਊਜ਼ ਹੋ ਗਿਆ STS ਦੇ ਅੰਡਰ ਜੀ। ਮੇਰੇ 7 ਬੈਂਡ ਸੀ ਔਰ ਮੇਰਾ ਕੇਸ ਰਿਫਿਊਜ਼ ਹੋ ਗਿਆ STS ਸਟਰੀਮ ਦੇ ਅੰਡਰ, ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ। ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਹੈ। ਤੁਸੀਂ ਕੋਰਸ ਕਿੱਦਾਂ ਦਾ ਸਿਲੈਕਟ ਕੀਤਾ, ਤੁਸੀਂ ਸਿਟੀ ਕਿੱਦਾਂ ਦੀ ਸਿਲੈਕਟ ਕੀਤੀ, ਤੁਸੀਂ ਕਾਲਜ ਕਿੱਦਾਂ ਦਾ ਸਿਲੈਕਟ ਕੀਤਾ, ਉਸ ਤੋਂ ਬਾਅਦ ਮੈਟਰ ਕਰੇਗਾ ਕਿ ਤੁਸੀਂ ਕੰਸਲਟੈਂਟ ਕਿੱਦਾਂ ਦਾ ਸਿਲੈਕਟ ਕੀਤਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਜੇ ਤੁਹਾਡਾ 6 ਸਕੋਰ ਵੀ ਹੈਗਾ, ਤੁਸੀਂ SDS ਸਟਰੀਮ 'ਚ ਵੀ ਅਪਲਾਈ ਕੀਤਾ, ਤਾਂ ਵੀ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਗਿਆ। ਇਦਾਂ ਦੀਆਂ ਕਾਲਸ ਆਈਆਂ ਮੈਨੂੰ, ਸਰ ਸਾਨੂੰ ਕੋਈ ਰਾਹ ਪਾਓ, ਸਾਡੇ 6 'ਚ ਹੋਣ ਦੇ ਬਾਵਜੂਦ ਵੀ ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ। ਸੋ ਪਹਿਲੀ ਗੱਲ ਤਾਂ ਅਸੀਂ ਸਾਰੀ ਰਿਸਰਚ ਨਹੀਂ ਕਰਦੇ, ਅਸੀਂ ਸੋਚਦੇ ਹਾਂ ਕਿ ਮੇਰਾ ਫਰੈਂਡ ਫਲਾਣੇ ਸ਼ਹਿਰ 'ਚ ਜਾ ਰਿਹਾ, ਫਲਾਣੇ ਕੋਰਸ 'ਚ ਜਾ ਰਿਹਾ, ਮੈਂ ਵੀ ਉਸੇ ਕੋਰਸ ਔਰ ਉਸੇ ਸ਼ਹਿਰ 'ਚ ਜਾਣਾ, ਚਾਹੇ ਉਹ ਕੋਰਸ ਮੇਰੇ ਰਿਲੇਟਡ ਹੈਗਾ, ਚਾਹੇ ਉਹ ਸ਼ਹਿਰ 'ਚ ਮੇਰਾ ਵੀਜ਼ਾ ਲੱਗੇਗਾ, ਚਾਹੇ ਕੰਸਲਟੈਂਟ ਸਹੀ ਤਰੀਕੇ ਗਾਈਡ ਕਰ ਰਿਹਾ। ਅਸੀਂ ਇਹ ਨਹੀਂ ਸੋਚਦੇ, ਇਹ ਚੀਜ਼ਾਂ ਵੀ ਬਹੁਤ ਮੈਟਰ ਕਰਦੀਆਂ। ਸੋ ਸਾਰੇ ਸਟੂਡੈਂਟਸ ਜਿਹੜੇ ਅਪਲਾਈ ਕਰਨਾ ਚਾਹੁੰਦੇ ਆ ਸਟੂਡੈਂਟ ਵੀਜ਼ਾ ਲਈ, ਤੁਸੀਂ ਚੈੱਕ ਕਰੋ ਕਿ ਤੁਹਾਡੇ ਕੰਸਲਟੈਂਟ ਨੇ ਪਹਿਲਾਂ ਕਿੰਨੇ ਵੀਜ਼ੇ ਲਵਾਏ, ਤੁਹਾਡੇ ਕੰਸਲਟੈਂਟ ਦੇ ਕਿੰਨੇ ਕਾਲਜਸ ਵਿੱਚ ਡਾਇਰੈਕਟ ਟਾਈ ਅਪ ਹੈਗੇ ਆ, ਤੁਹਾਡਾ ਕੰਸਲਟੈਂਟ ਕਿੰਨੀ ਦੇਰ ਵਿੱਚ ਮਾਰਕੀਟ 'ਚ ਬੈਠਾ ਹੋਇਆ, ਕਿੰਨਾ ਐਕਸਪੀਰੀਅੰਸ ਹੈ। ਸੋ ਅਸੀਂ ਕਹਿ ਸਕਦੇ ਹਾਂ ਆਪਣੇ ਬਾਰੇ ਕਿ ਸਾਨੂੰ 13 ਸਾਲ ਦਾ ਐਕਸਪੀਰੀਅੰਸ ਹੈ ਸਟੂਡੈਂਟ ਵੀਜ਼ਾ 'ਚ, ਸਾਨੂੰ ਸਟੂਡੈਂਟ ਵੀਜ਼ਾ 'ਚ ਐਕਸਪਰਟਾਈਜ਼ ਹੈਗੀ ਹੈ, ਅਸੀਂ ਪੂਰੀ ਅਪਡੇਸ਼ਨ ਰੱਖਦੇ ਹਾਂ, ਹਾਈ ਕਮਿਸ਼ਨ
ਐਡਮਿਸ਼ਨ ਦੀ ਮੀਟਿੰਗਸ ਵੀ ਅਟੈਂਡ ਕਰਦੇ ਆ, ਕਾਲਜਸ ਨਾਲ ਵੀ ਮੀਟਿੰਗ ਅਟੈਂਡ ਕਰਦੇ ਆ, ਲੋਕਡਾਊਨ ਦੇ ਦੌਰਾਨ ਵੀ ਅਸੀਂ ਸਟੂਡੈਂਟਸ ਨੂੰ ਅਪਡੇਟਸ ਦਿੰਦੇ ਰਹੇ। ਸੋ ਸਾਡੀ ਕੋਸ਼ਿਸ਼ ਇਹੀ ਹੈਗੀ ਹੈ ਕਿ ਸਟੂਡੈਂਟਸ ਨੂੰ ਸਹੀ ਅਪਡੇਟ ਦਿੱਤਾ ਜਾਵੇ। ਸੋ ਜੇ ਤੁਸੀਂ 6C 7 ਬੈਂਡ ਹੋਣ ਦੇ ਬਾਵਜੂਦ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਗਿਆ, ਸੋ ਸਾਨੂੰ ਕੰਟੈਕਟ ਕਰੋ। ਆਈ ਵਿਲ ਪਰਸਨਲੀ ਅਸੈਸ ਯੋਰ ਕੇਸ ਐਂਡ ਗਾਈਡ ਯੂ ਪ੍ਰੋਪਰਲੀ। ਕਿਉਂਕਿ ਸਟੂਡੈਂਟਸ ਨਾਟ ਕਿ ਸਿਰਫ ਇੱਕ ਵਾਰੀ ਰਿਫਿਊਜ਼ ਹੋਇਆ, ਦੇਰ ਆਰ ਸਟੂਡੈਂਟਸ ਜਿਹੜੇ ਕਿ 3-3 4-4 ਵਾਰ ਵੀ ਰਿਫਿਊਜ਼ਲਸ ਲੈ ਕੇ ਬੈਠੇ ਹੋਏ ਨੇ। ਸੀ 3 ਵਾਰੀ ਰਿਫਿਊਜ਼ਲ ਆ ਗਈ, ਮੈਂ ਤੁਹਾਨੂੰ ਦੱਸਦਾ ਉਹਦੇ ਪਿੱਛੇ ਰੀਜ਼ਨ ਹੈ। ਪਹਿਲੀ ਵਾਰੀ ਰਿਫਿਊਜ਼ਲ ਆਈ ਤੁਹਾਡੀ, ਕੰਸਲਟੈਂਟ ਨੇ ਰੀਫਾਈਲਿੰਗ ਕਰਤੀ, ਨਾ ਕੇਪਸ ਨੋਟਸ ਮੰਗਾਏ, ਠੀਕ ਹੈ, ਨਾ ਉਹਨੇ ਦੇਖਿਆ ਕਿ ਮੈਂ ਰੀਫਾਈਲਿੰਗ ਕਿਉਂ ਕਰ ਰਿਹਾ। ਰੀਫਾਈਲਿੰਗ ਕਰਨ ਦੇ ਵੀ ਰੀਜ਼ਨਸ ਹੁੰਦੇ ਨੇ। ਸੋ ਮੇਰੇ ਕੋਲ ਸਟੂਡੈਂਟ ਪਰਸੋਂ ਹੀ ਮਿਲ ਕੇ ਗਿਆ, ਇੱਕ 3 ਵਾਰੀ ਰਿਫਿਊਜ਼ਡ ਹੈ, ਇੱਕੋ ਜਗ੍ਹਾ ਤੋਂ, ਇੱਕੋ ਕਾਲਜ ਤੋਂ। ਸੀ ਜਦੋਂ ਤੁਸੀਂ ਪਹਿਲੀ ਵਾਰੀ ਰਿਫਿਊਜ਼ ਹੁੰਦੇ ਹੋ, ਤੁਸੀਂ ਯੂ ਨੀਡ ਟੂ ਫਾਈਂਡ ਆਊਟ ਰੀਜ਼ਨ ਕਿ ਕੀ ਰੀਜ਼ਨ ਹੈਗਾ ਸੀ ਤੁਹਾਡੀ ਰਿਫਿਊਜ਼ਲ ਦਾ। ਸੀ ਕਿਉਂ ਤੁਹਾਡੀ ਕੇਸ ਤੇ ਰਿਫਿਊਜ਼ਲ ਆਈ, ਕਿਉਂ ਕੰਸਲਟੈਂਟ ਨੇ ਜਿਹੜਾ ਤੁਹਾਡਾ ਫਾਰਮ ਸਹੀ ਭਰਿਆ ਸੀ, ਸਹੀ ਕਾਲਜ ਦਿੱਤਾ ਸੀ, ਸਰਕਾਰੀ ਕਾਲਜ ਸੀ। ਸਭ ਤੋਂ ਵੱਡੀ ਗੱਲ ਤੁਸੀਂ ਨੋਟ ਕਰੋ ਕਿ ਸਰਕਾਰੀ ਕਾਲਜ ਸੀ। ਅਸੀਂ ਪ੍ਰਾਈਵੇਟ ਕਾਲਜ 'ਚ ਅਪਲਾਈ ਕਰ ਦਿੰਦੇ ਹਾਂ ਚੰਦ ਪੈਸੇ ਬਚਾਉਣ ਲਈ, ਜਾਂ ਫਿਰ ਅਸੀਂ ਪ੍ਰਾਈਵੇਟ ਕਾਲਜ 'ਚ ਅਪਲਾਈ ਕਰ ਦਿੰਦੇ ਹਾਂ, ਅਸੀਂ ਦੇਖਦੇ ਨਹੀਂ ਹੈਗੇ ਆ ਕਿ ਪ੍ਰਾਈਵੇਟ ਕਾਲਜ 'ਚ ਵੀਜ਼ਾ ਸਕਸੈਸ ਰੇਟ ਸਭ ਤੋਂ ਘੱਟ ਹੁੰਦਾ। ਚਾਹੇ ਫੀਸ ਥੋੜੀ ਜਿਹੀ ਅਸੀਂ ਘੱਟ ਕਹਿ ਲਈਏ, ਬਟ ਸਭ ਤੋਂ ਘੱਟ ਹੁੰਦਾ ਵੀਜ਼ਾ ਸਕਸੈਸ ਰੇਟ ਪ੍ਰਾਈਵੇਟ ਕਾਲਜ। ਸਭ ਤੋਂ ਪਹਿਲਾਂ ਅਸੀਂ ਸਰਕਾਰੀ ਕਾਲਜ ਚੂਜ਼ ਕਰਨਾ ਹੈਗਾ। ਸਭ ਤੋਂ ਪਹਿਲਾਂ ਅਸੀਂ ਸਰਕਾਰੀ ਕਾਲਜ ਚੂਜ਼ ਕਰਨਾ, ਜਿਹੜਾ ਪਹਿਲਾ ਸਟੈਪ ਹੈਗਾ। ਉਸ ਤੋਂ ਬਾਅਦ ਦੇਖਣਾ ਕਿ ਮੇਰੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਿਟੀ ਮੈਂ ਸਹੀ ਚੂਜ਼ ਕੀਤੀ ਸੀ। ਸੋ ਹੁਣ ਤੁਹਾਡੀ ਰਿਫਿਊਜ਼ਲ ਆ ਗਈ ਪਹਿਲੀ ਵਾਰੀ, ਉਹਨੇ ਦੂਜੀ ਵਾਰੀ ਕੋਈ ਚੇਂਜ ਨਹੀਂ ਕੀਤਾ, ਥੋੜਾ ਬਹੁਤਾ ਚੇਂਜ ਕਰਕੇ ਦੁਬਾਰਾ ਤੁਹਾਡੀ ਫਾਈਲ ਐਮਬੈਸੀ ਚ ਲਾਤੀ। ਜੇ ਕੋਈ ਸਰਕਾਰੀ ਕਾਲਜ ਸੀ, ਸਹੀ ਕੋਰਸ ਸੀ, ਸਹੀ ਸਭ ਕੁਝ ਹੈਗਾ ਸੀ, ਰੀਫਾਈਲਿੰਗ ਕਰਨ ਚ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਪ੍ਰਾਈਵੇਟ ਕਾਲਜ ਸੀ, ਕੋਰਸ ਵੀ ਠੀਕ ਨਹੀਂ ਹੈਗਾ ਸੀ, ਸਿਟੀ ਵੀ ਕੋਈ ਇਦਾਂ ਦੀ ਚੂਜ਼ ਨਹੀਂ ਕੀਤੀ ਸੀ ਜਿੱਥੇ ਰਿਕੁਆਇਰਮੈਂਟ ਹੈਗੀ ਸਟੂਡੈਂਟਸ ਦੀ, ਫਿਰ ਰੀਫਾਈਲਿੰਗ ਬਿਲਕੁਲ ਨਹੀਂ ਬਣਦੀ ਤੁਹਾਡੀ ਕਰਨੀ। ਸੋ ਮੇਰੇ ਕੋਲ ਸਟੂਡੈਂਟਸ ਇਦਾਂ ਦੇ ਵਿਜ਼ਿਟ ਕਰਦੇ ਆ ਕਿ ਪਹਿਲੀ ਵਾਰੀ ਰਿਫਿਊਜ਼ ਹੋਇਆ, ਸੇਮ ਕਾਲਜ 'ਚ ਦੁਬਾਰਾ ਫਾਈਲ ਲਾਤੀ, ਦੂਜੀ ਵਾਰੀ ਰਿਫਿਊਜ਼ ਹੋਇਆ, ਸੇਮ ਕਾਲਜ 'ਚ ਦੁਬਾਰਾ ਫਾਈਲ ਲਾਤੀ। ਕਿਉਂ ਲਗਾਈ? ਕਿਉਂਕਿ ਮੈਨੂੰ ਕੰਸਲਟੈਂਟ ਨੇ ਕਿਹਾ ਸੀ ਕਿ ਬਾਰ-ਬਾਰ ਫਾਈਲ ਪੁੱਟ ਕਰਨ ਨਾਲ ਵੀਜ਼ਾ ਲੱਗ ਜਾਏਗਾ। ਪਰ ਮੈਂ ਤੁਹਾਨੂੰ ਇਹੀ ਐਡਵਾਈਸ ਕਰਾਂਗਾ, ਜੇ ਤੁਹਾਡੀ ਫਾਈਲ 'ਚ ਕੋਈ ਚੇਂਜ ਨਹੀਂ ਹੋਏਗਾ ਜਾਂ ਤੁਹਾਡੀ ਫਾਈਲ 'ਚ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ ਕੋਈ ਇੰਪਰੂਵਮੈਂਟ ਨਹੀਂ ਹੋਏਗੀ, ਤਾਂ ਰੀਫਾਈਲਿੰਗ ਚਾਹੇ 10 ਵਾਰੀ ਕਰ ਲਓ ਤਾਂ ਰਿਫਿਊਜ਼ਲ ਹੀ ਮਿਲੇਗੀ। ਜੀ ਬਿਲਕੁਲ। ਅੱਛਾ, ਡੁਲਿੰਗੋ ਟੈਸਟ ਯੂ ਸੈਡ ਵੀ ਕੈਨੇਡੀਅਨ ਐਮਬੈਸੀ ਵੀ ਐਕਸੈਪਟ ਕਰ ਸਕਦੀ ਹੈ? ਇਦਾਂ ਦਾ ਨਹੀਂ, ਮੈਂ ਇਸ ਚੀਜ਼ ਤੇ ਕੰਟਰਾਡਿਕਟ ਕਰਾਂਗਾ ਕਿ ਬਹੁਤ ਸਾਰੇ ਕੰਸਲਟੈਂਟ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ ਕਿ ਹੁਣ ਡੁਲਿੰਗੋ ਟੈਸਟ ਕੈਨੇਡੀਅਨ ਐਮਬੈਸੀ ਐਕਸੈਪਟ ਕਰ ਰਹੀ ਸੀ। ਉਹੀ ਗੱਲ ਵਿੱਚ ਰਹਿ ਗਈ ਸਾਡੀ ਕਿ ਐਸਡੀਐਸ ਅਸੀਂ ਡਿਸਕਸ ਕੀਤਾ, ਰਿਫਿਊਜ਼ਲਸ ਡਿਸਕਸ ਕੀਤੀਆਂ, ਹੁਣ ਮੈਂ ਨਾ ਨਾਨ ਐਸਡੀਐਸ ਸਟਰੀਮ। ਰਾਈਟ। ਨਾਨ ਐਸਡੀਐਸ ਸਟਰੀਮ 'ਚ ਇਦਾਂ ਦੀ ਕੋਈ ਪਾਬੰਦੀ ਨਹੀਂ ਹੈਗੀ ਕਿ ਆਈਲੈਟਸ ਟੈਸਟ ਹੀ ਹੋਣਾ ਚਾਹੀਦਾ। ਠੀਕ ਹੈ। ਪੀਟੀ ਵਾਲਾ ਸਟੂਡੈਂਟ ਵੀ ਵੀਜ਼ਾ ਲੈ ਰਿਹਾ। ਹੁਣ ਆ ਜਾਂਦਾ ਸਾਡਾ ਨਵਾਂ ਟੈਸਟ ਜਿਹਦਾ ਨਾਮ ਹੈਗਾ ਡਿਊਲਿੰਗੋ ਟੈਸਟ। ਸੋ ਜੇ ਤੁਸੀਂ ਨਾਨ ਐਸਡੀਐਸ ਯਾਨੀ ਕਿ ਜਨਰਲ ਕੈਟਾਗਰੀ ਦੇ ਅੰਡਰ ਪੀਟੀ ਨਾਲ ਫਾਈਲ ਲਾਉਂਦੇ ਹੋ ਤਾਂ ਵੀ ਵੀਜ਼ਾ ਮਿਲਦਾ। ਡਿਊਲਿੰਗੋ ਨਾਲ ਫਾਈਲ ਲਾਵਾਂਗੇ, ਵੀਜ਼ਾ ਮਿਲਣ ਦੇ ਪੂਰੇ ਅਸਾਰ ਹੈਗੇ ਆ, ਕਿਉਂਕਿ ਹਾਈ ਕਮਿਸ਼ਨ ਨੂੰ ਵੀ ਪਤਾ ਹੈ ਕਿ ਇੰਨੀ ਦੇਰ ਤੋਂ ਐਮਬੈਸੀ ਬੰਦ ਹੈ, ਆਈਲੈਟਸ ਟੈਸਟ ਐਮਬੈਸੀ ਬੰਦ ਨਹੀਂ, ਆਈਲੈਟਸ ਟੈਸਟ ਸੈਂਟਰਸ ਬੰਦ ਨੇ, ਟੈਸਟ ਹੋ ਨਹੀਂ ਪਾਇਆ। ਸੋ ਡਿਊਲਿੰਗੋ ਟੈਸਟ ਸਟੂਡੈਂਟ ਨੇ ਘਰ ਬੈਠੇ ਹੀ ਕੀਤਾ ਔਰ ਐਡਮਿਸ਼ਨ ਲਈ, ਯਾਨੀ ਕਿ ਸਟੂਡੈਂਟ ਬਹੁਤ ਸੀਰੀਅਸ ਹੈ ਬਾਹਰ ਜਾ ਕੇ ਪੜ੍ਹਨ ਲਈ। ਠੀਕ ਹੈ। ਸੋ ਉਸ ਤੇ ਵੀਜ਼ਾ ਮਿਲਣ ਦੇ ਪੂਰੇ ਅਸਾਰ ਹੈ, ਪਰ ਇਦਾਂ ਦੀ ਕੋਈ ਲਿਖਤ 'ਚ ਕੋਈ ਅਪਡੇਟ ਨਹੀਂ ਹੈਗੀ। ਪਰ ਜੇ ਤੁਸੀਂ ਡਿਊਲਿੰਗੋ ਬਾਰੇ ਗੱਲ ਕਰੀਏ ਤਾਂ ਪੀਟੀ ਵਾਲੇ ਵੀ ਇਦਾਂ ਦੀ ਕੋਈ ਲਿਖਤ 'ਚ ਅਪਡੇਟ ਨਹੀਂ ਹੈਗੀ, ਬਟ ਸਟਿਲ ਐਕਸੈਪਟ ਹੁੰਦੇ ਨੇ ਸਟੂਡੈਂਟਸ, ਸਟਿਲ ਵੀਜ਼ਾ ਆਉਂਦੇ ਨੇ ਪੀਟੀ ਤੇ। ਠੀਕ ਹੈ। ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਤੁਸੀਂ ਜੇ ਡਿਊਲਿੰਗੋ ਪੀਟੀ ਨਾਲ ਨਾਨ ਐਸਡੀਐਸ ਕੈਟਾਗਰੀ 'ਚ ਅਸੀਂ ਅਪਲਾਈ ਕਰਦੇ ਆ, ਕੋਈ ਵੀ ਅਦਰ ਟੈਸਟ ਇਜ਼ ਐਕਸੈਪਟੇਬਲ ਅੰਡਰ ਨਾਨ ਐਸਡੀਐਸ ਕੈਟਾਗਰੀ। ਜੀ। ਅੱਛਾ, ਉਥੇ ਯੂਕੇ ਜਿਹੜਾ ਹੈਗਾ ਯਾਨੀ ਕਿ ਹੁਣ ਵਿਦਆਊਟ ਆਇਲਸ ਸਟੂਡੈਂਟਸ ਨੂੰ ਐਕਸੈਪਟ ਨਹੀਂ ਕਰੇਗਾ ਫਿਰ? ਸੀ ਮੈਂ ਕਦੀ ਵੀ ਪ੍ਰਮੋਟ ਨਹੀਂ ਕਰਾਂਗਾ ਸਟੂਡੈਂਟ ਨੂੰ ਕਿ ਵਿਦਆਊਟ ਆਈਲੈਟਸ ਅਸੀਂ ਯੂਕੇ ਅਪਲਾਈ ਕਰੀਏ। ਕੁਝ ਸਟੂਡੈਂਟਸ ਨੂੰ ਅਪਲਾਈ ਹੁੰਦਾ ਯੂਕੇ 'ਚ ਵਿਦਆਊਟ ਆਈਲੈਟਸ, ਜਿਨ੍ਹਾਂ ਦੇ ਇੰਗਲਿਸ਼ 'ਚ 65% ਤੋਂ ਨੰਬਰ ਉੱਤੇ ਹੋਣਗੇ। ਜੇ ਤੁਹਾਡੇ ਇੰਗਲਿਸ਼ 'ਚ 65% ਤੋਂ ਉੱਤੇ ਨੰਬਰ ਹੈਗੇ ਆ 12ਵੀਂ 'ਚ ਜਾਂ ਗ੍ਰੈਜੂਏਸ਼ਨ 'ਚ, ਤੁਸੀਂ ਵਿਦਆਊਟ ਆਈਲੈਟਸ ਅਪਲਾਈ ਕਰ ਸਕਦੇ ਹੋ। ਜੇ ਅਸੀਂ ਅੱਜ ਦੀ ਡੇਟ 'ਚ ਡਿਊਲਿੰਗੋ ਟੈਸਟ ਨੂੰ ਯੂਕੇ 'ਚ
ਅਸੀਂ ਡਿਸਕਸ਼ਨ ਕਰਦੇ ਹਾਂ ਯੂਕੇ ਤੇ। ਜੀ ਹੁਣ ਡਿਊਲਿੰਗੋ ਟੈਸਟ ਯੂਕੇ ਚ ਕਿੱਦਾਂ ਚੱਲਦਾ ਸੀ? ਯੂਕੇ ਵਿੱਚ ਵੀ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈਗੀ ਹੈ ਅੰਬੈਸੀ ਚੈੱਕ ਨਹੀਂ ਕਰਦੀ। ਓਕੇ, ਜੇ ਅਸੀਂ ਗੱਲ ਕਰੀਏ ਇੰਗਲਿਸ਼ ਦੀ ਜਿਹੜੀ ਰਿਕੁਆਇਰਮੈਂਟ ਹੈ ਐਮਬੈਸੀ ਚੈੱਕ ਨਹੀਂ ਕਰਦੀ, ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਯੂਨੀਵਰਸਿਟੀ ਚੈੱਕ ਕਰਦੀ ਹੈ। ਸੋ ਯੂਕੇ ਵਿੱਚ ਯੂਨੀਵਰਸਿਟੀ ਤੇ ਪੂਰਾ ਪ੍ਰੈਸ਼ਰ ਹੁੰਦਾ ਹੈ ਕਿ ਤੁਸੀਂ ਕੈਸ਼ ਲੈਟਰ ਦੇਣ ਤੋਂ ਪਹਿਲਾਂ ਸਟੂਡੈਂਟ ਦੀਆਂ ਰਿਕੁਆਇਰਮੈਂਟਸ ਚੈੱਕ ਕਰਨੀਆਂ। ਤਾਂ ਹੀ ਕਰਕੇ ਕੁਝ ਯੂਨੀਵਰਸਿਟੀਜ਼ ਨੇ ਹੁਣ ਫੰਡਸ ਵੀ ਚੈੱਕ ਕਰਨੇ ਸ਼ੁਰੂ ਕਰਤੇ ਨੇ ਯੂਕੇ ਵਿੱਚ। ਸੋ ਜੀ ਤੁਸੀਂ ਯੂਕੇ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ, ਤੁਹਾਡੇ ਕੋਲ ਆਈਲੈਟਸ ਹੈਗਾ ਨਹੀਂ ਹੈਗਾ ਕੋਈ ਪ੍ਰੋਬਲਮ ਨਹੀਂ, ਕਿਉਂਕਿ 12ਵੀਂ ਚ 65% ਤੋਂ ਇੰਗਲਿਸ਼ 'ਚ ਨੰਬਰ ਜ਼ਿਆਦਾ ਸੀ, ਕੈਸ਼ ਲੈਟਰ ਆ ਜਾਏਗਾ। ਤੁਹਾਡੇ ਕੋਲ ਆਈਲੈਟਸ ਨਹੀਂ ਹੈਗਾ, 12ਵੀਂ 'ਚ ਨੰਬਰ ਨਹੀਂ ਹੈਗੇ, ਤੁਸੀਂ ਪੀਟੀ ਟੈਸਟ ਦਿੱਤਾ ਸੀ ਪਰ ਤੁਹਾਡੀ ਯੂਨੀਵਰਸਿਟੀ ਐਕਸੈਪਟ ਕਰ ਰਹੀ ਹੈ, ਕੈਸ਼ ਲੈਟਰ ਆ ਜਾਏਗਾ। ਹੁਣ ਤੁਹਾਡੇ ਕੋਲ ਆਈਲੈਟਸ ਵੀ ਨਹੀਂ ਹੈਗਾ, ਤੁਹਾਡੇ 12ਵੀਂ 'ਚ 65 ਨੰਬਰ ਵੀ ਨਹੀਂ ਹੈਗੇ, ਤੁਸੀਂ ਡੁਲਿੰਗੋ ਟੈਸਟ ਕੀਤਾ, ਤੁਹਾਡੀ ਯੂਨੀਵਰਸਿਟੀ ਐਕਸੈਪਟ ਕਰ ਰਹੀ ਹੈ, ਤਾਂ ਵੀ ਕੈਸ਼ ਲੈਟਰ ਆ ਜਾਏਗਾ ਜੀ। ਸੋ ਸਾਰੇ ਸਟੂਡੈਂਟਸ ਨੂੰ ਮੇਰੀ ਇਹੀ ਐਡਵਾਈਸ ਰਹੇਗੀ, ਯੂਕੇ ਵਿੱਚ ਜੇ ਤੁਹਾਡੀ ਯੂਨੀਵਰਸਿਟੀ ਡਿਊਲਿੰਗੋ ਟੈਸਟ ਐਕਸੈਪਟ ਕਰ ਰਹੀ ਹੈ, ਬਹੁਤ ਹੀ ਵਧੀਆ ਮੌਕਾ ਹੈ, ਡਿਊਲਿੰਗੋ ਟੈਸਟ ਦਿਓ, ਯੂਨੀਵਰਸਿਟੀ ਤੋਂ ਕੈਸ਼ ਲੈਟਰ ਮੰਗਾਓ। ਅੰਬੈਸੀ ਨੂੰ ਕੋਈ ਵੀ ਇੰਗਲਿਸ਼ ਰਿਕੁਆਇਰਮੈਂਟ ਨਾਲ ਰਿਕੁਆਇਰਮੈਂਟ ਜਿਹੜੀ ਕਿ ਫਿਕਸ ਨਹੀਂ ਕੀਤੀ ਹੋਈ, ਜਿਵੇਂ ਕਿ ਐਸਟੀਐਸ ਸਟਰੀਮ ਚ ਕੈਨੇਡਾ ਨੇ ਆਈਲੈਟਸ ਦੀ ਰਿਕੁਆਇਰਮੈਂਟ ਫਿਕਸ ਕੀਤੀ ਹੈ। ਇਦਾਂ ਦੀ ਯੂਕੇ ਹਾਈ ਕਮਿਸ਼ਨ ਵੱਲੋਂ ਕੋਈ ਵੀ ਅਪਡੇਟ ਨਹੀਂ ਹੈਗਾ ਕਿ ਪਾਰਟਿਕੂਲਰ ਟੈਸਟ ਹੋਣਾ ਚਾਹੀਦਾ ਟੂ ਗੈਟ ਵੀਜ਼ਾ। ਸੋ ਤੁਹਾਡੇ ਕੋਲ ਇੱਕ ਓਪਰਚੁਨਿਟੀ ਹੈ ਕਿ ਡਿਊਲਿੰਗੋ ਟੈਸਟ ਦੇ ਕੇ ਅਸੀਂ ਯੂਕੇ ਦੀ ਯੂਨੀਵਰਸਿਟੀ ਚ ਅਪਲਾਈ ਕਰ ਸਕਦੇ ਹਾਂ ਜੀ, ਔਰ ਵੀਜ਼ਾ ਵੀ ਮਿਲਣਗੇ। ਠੀਕ ਹੈ। ਸੋ ਇੱਕ ਪਾਸੇ ਜਿੱਦਾਂ ਹੁਣ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਦੇਖੀ ਜਾਂਦੀ ਹੈ ਕਾਲਜਸ ਜਾਂ ਯੂਨੀਵਰਸਿਟੀਜ਼, ਉਹਦੇ ਬਿਹਾਫ ਤੇ ਉਹ ਤੁਹਾਨੂੰ ਫਿਰ ਅੱਗੇ ਐਲਓਏ ਦਿੰਦੇ ਨੇ, ਜਾਂ ਫਿਰ ਜਿੱਦਾਂ ਕਿ ਤੁਹਾਨੂੰ ਕੈਸ਼ ਲੈਟਰ ਜਿਹੜਾ ਇਸ਼ੂ ਕੀਤਾ। ਕੋਈ ਹੋਰ ਰਿਕੁਆਇਰਮੈਂਟ ਜਿਹੜੀ ਰਹਿੰਦੀਆਂ ਜਿਹੜੀਆਂ ਕਿ ਮਾਫ ਕਰਨਾ ਜਿੱਦਾਂ ਕਿ ਕਾਲਜਸ ਜਾਂ ਯੂਨੀਵਰਸਿਟੀ ਚੈੱਕ ਕਰ ਰਹੀਆਂ ਨੇ? ਅਸੀਂ ਦੋਨੋਂ ਕੰਟਰੀਆਂ ਨੂੰ ਅੱਜ ਡਿਸਕਸ ਕਰ ਰਹੇ ਹਾਂ, ਕੈਨੇਡਾ ਤੇ ਯੂਕੇ। ਮੇਰੇ ਹਿਸਾਬ ਨਾਲ ਅਸੀਂ ਅਗਲੇ ਸ਼ੋਅ 'ਚ ਫਿਰ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਡਿਸਕਸ ਕਰਾਂਗੇ। ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਰਿਕੁਆਇਰਮੈਂਟ ਹੁੰਦੀ ਹੈ ਫੀਸ ਪੇ ਕਰਨ ਦੀ। ਠੀਕ ਹੈ। ਕੈਨੇਡਾ ਵਿੱਚ ਜੇ ਅਸੀਂ ਵੀਜ਼ਾ ਲੈਂਦੇ ਹਾਂ, ਸਭ ਤੋਂ ਪਹਿਲਾਂ ਅਸੀਂ ਮੰਗਾਉਂਦੇ ਹਾਂ ਆਫਰ ਲੈਟਰ, ਉਸ ਤੋਂ ਬਾਅਦ ਅਸੀਂ ਫੀਸ ਕਰਦੇ ਹਾਂ ਪੇ, ਔਰ ਸਾਡੀ ਆਉਂਦੀ ਹੈ LOA, ਜਿਹਨੂੰ ਅਸੀਂ ਕਹਿ ਲਈਏ ਯੂਕੇ 'ਚ ਕਹਿੰਦੇ ਹਾਂ ਅਸੀਂ ਉਹਨੂੰ ਕੈਸ਼ ਲੈਟਰ। ਕਿ ਪਹਿਲਾਂ ਅਸੀਂ ਅਪਲਾਈ ਕਰਦੇ ਹਾਂ, ਆਈਲੈਟਸ ਦੇ ਨਾਲ ਅਸੀਂ ਅਪਲਾਈ ਕੀਤਾ, ਡਿਊਲਿੰਗੋ ਦੇ ਨਾਲ ਅਪਲਾਈ ਕੀਤਾ, ਜਾਂ ਕਿਸੇ ਚੀਜ਼ ਦੇ ਨਾਲ ਵੀ ਅਪਲਾਈ ਕੀਤਾ, ਆਫਰ ਲੈਟਰ ਆਈ, ਔਰ ਉਸ ਤੋਂ ਬਾਅਦ ਅਸੀਂ ਫੰਡ ਸ਼ੋ ਦੀ ਰਿਕੁਆਇਰਮੈਂਟ ਕੀਤੀ। ਕੁਝ ਯੂਨੀਵਰਸਿਟੀਆਂ ਫੰਡਸ ਮੰਗਦੀਆਂ, ਕੁਝ ਯੂਨੀਵਰਸਿਟੀਆਂ ਫੰਡਸ ਤੋਂ ਬਿਨਾਂ ਹੀ ਦਿੰਦੀਆਂ। ਜਦੋਂ ਅਸੀਂ ਫੀ ਡਿਪੋਜ਼ਿਟ ਕਰਦੇ ਹਾਂ, ਵਾਟ ਐਵਰ ਦਾ ਡਿਪੋਜ਼ਿਟ, 2000 ਪਾਉਂਡ, 3000 ਪਾਉਂਡ, 5000 ਪਾਉਂਡ, ਡਿਪੈਂਡ ਕਰਦਾ ਯੂਨੀਵਰਸਿਟੀ ਤੋਂ ਯੂਨੀਵਰਸਿਟੀ 'ਚ, ਅਸੀਂ ਪੇ ਕੀਤਾ, ਸਾਡਾ ਆਉਂਦਾ ਕੈਸ਼ ਲੈਟਰ। ਸੋ ਇੱਕ ਪਾਸੇ LOA ਕੈਨੇਡਾ 'ਚ, ਦੂਜੇ ਪਾਸੇ ਹੈ ਕੈਸ਼ ਲੈਟਰ। ਯੂਨੀਵਰਸਿਟੀ ਅਸੀਂ ਫੰਡ ਸ਼ੋ ਕਰਦੇ ਹਾਂ ਯੂਕੇ ਵਿੱਚ 9000 ਦੇ ਕਰੀਬ ਪਾਉਂਡ ਸ਼ੋ ਕਰਦੇ ਹਾਂ ਜੇ ਅਸੀਂ ਆਊਟ ਆਫ ਲੰਡਨ ਜਾਂਦੇ ਹਾਂ, 11500 ਪਾਉਂਡ ਸ਼ੋ ਕਰਦੇ ਹਾਂ ਜੇ ਅਸੀਂ ਇਨ ਲੰਡਨ ਜਾਂਦੇ ਹਾਂ। ਫੰਡ ਸ਼ੋ ਕਰਕੇ ਅਸੀਂ ਆਪਣੀ ਫਾਈਲ ਲਗਵਾਉਂਦੇ ਹਾਂ। ਬਟ ਵੇਅਰ ਐਜ਼ ਇਨ ਕੈਨੇਡਾ ਅਸੀਂ GIC ਪੇ ਕਰਦੇ ਹਾਂ। ਸੋ ਕਿਤੇ ਨਾ ਕਿਤੇ ਜੇ ਦੋਨਾਂ ਸਾਰੇ ਕੰਟਰੀਜ਼ ਦਾ ਅਸੀਂ ਸਟੂਡੈਂਟ ਵੀਜ਼ਾ ਪ੍ਰੋਸੈਸ ਦੇਖੀਏ ਤਾਂ ਸਾਡੇ ਕੋਲ ਫੀਸ ਦੇ ਪੈਸੇ ਹੋਣੇ ਚਾਹੀਦੇ ਆ, ਲਿਵਿੰਗ ਕਾਸਟ ਦੇ ਪੈਸੇ ਹੋਣੇ ਚਾਹੀਦੇ ਆ ਵੀਜ਼ਾ ਲੈਣ ਲਈ। ਸੋ ਇੱਕ ਪਾਸੇ LOA ਹੈ, ਇੱਕ ਪਾਸੇ ਕੈਸ਼ ਲੈਟਰ ਹੈ। ਜੇ ਅਸੀਂ ਆਸਟ੍ਰੇਲੀਆ ਚਲੇ ਜਾਂਦੇ ਹਾਂ ਉੱਥੇ COE ਕਹਿੰਦੇ ਆ। ਠੀਕ ਹੈ। ਸੋ ਨਾਮ ਅਲੱਗ-ਅਲੱਗ ਨੇ ਬਟ ਥਿੰਗ ਇਜ਼ ਸੇਮ, ਸਿਮਿਲਰ ਚੀਜ਼ ਹੈ ਜੀ। ਫੀਸ ਪੇ ਕਰਕੇ LOA ਆਂਦੀ ਕੈਨੇਡਾ ਵਿੱਚ, ਡਿਪੋਜ਼ਿਟ ਪੇ ਕਰਕੇ ਯੂਕੇ ਵਿੱਚ ਆਂਦਾ ਸਾਡਾ ਕੈਸ਼ ਲੈਟਰ, ਫੀਸ ਪੇ ਕਰਕੇ ਸਾਡੀ COE ਆਂਦੀ ਹੈ ਫੰਡਸ ਚੈੱਕ ਕਰਨ ਤੋਂ ਬਾਅਦ ਆਸਟ੍ਰੇਲੀਆ ਤੋਂ। ਸੋ ਕਿਤੇ ਨਾ ਕਿਤੇ ਦੇਖਿਆ ਜਾਏ ਤਾਂ ਸਾਰਾ ਪ੍ਰੋਸੈਸ ਸਾਰੇ ਕੰਟਰੀਜ਼ ਦਾ ਸੇਮ ਹੀ ਹੁੰਦਾ ਹੈ। ਸਿਰਫ ਫਰਕ ਇਹ ਹੁੰਦਾ ਕਿ ਤੁਸੀਂ ਜਿਹੜੀ ਕੰਟਰੀ ਦੀ ਰਿਕੁਆਇਰਮੈਂਟ ਫੁੱਲਫਿਲ ਕਰਦੇ ਹੋ ਉਸ ਕੰਟਰੀ 'ਚ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਜੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ ਤੇ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ ਇਹ ਪ੍ਰੋਗਰਾਮ ਲੈ ਕੇ ਮੈਂ ਕਵਿਤਾ ਸਿੰਘ ਹਾਜ਼ਰ ਹਾਂ, ਜਿੱਥੇ ਕਿ ਅਸੀਂ ਹਮੇਸ਼ਾ ਡਿਸਕਸ ਕਰਦੇ ਹਾਂ ਜੀ ਕੈਨੇਡਾ ਹੋ ਗਿਆ, ਬਾਹਰਲੇ ਜਿਹੜੇ ਮੁਲਕ ਹੈਗੇ ਨੇ ਉਹਨਾਂ ਦੇ ਸਟੱਡੀ ਵੀਜ਼ਾ ਦੇ ਰੂਲਸ ਐਂਡ ਰੈਗੂਲੇਸ਼ਨਸ ਦੇ ਬਾਰੇ, ਕਿਉਂਕਿ ਹੁਣ ਜਿੱਦਾਂ ਸਟੂਡੈਂਟਸ ਘਰ ਬੈਠੇ ਹੋਏ ਨੇ ਜੀ ਬਟ ਅਪਲਾਈ ਕਰਨ ਦਾ ਅੱਜ ਵੀ ਸੋਚਦੇ ਨੇ, ਤੇ ਆਨਲਾਈਨ ਪ੍ਰੋਸੈਸ ਜਿਹੜਾ ਹੈਗਾ ਤੁਹਾਡੇ ਵਾਸਤੇ ਸ਼ੁਰੂ ਕੀਤਾ ਹੋਇਆ ਜੀ ਵੱਖ-ਵੱਖ ਕੰਸਲਟੈਂਟਸ ਨੇ। ਬਟ ਹਾਂ ਇੱਕ ਸਹੀ ਕੰਸਲਟੈਂਟ ਦੇ ਅਗਰ ਨਾਲ ਤੁਸੀਂ ਚੱਲਦੇ ਹੋ ਹਮੇਸ਼ਾ ਤਾਂ ਤੁਸੀਂ ਕਾਮਯਾਬ ਵੀ ਹੁੰਦੇ ਹੋ। ਤੇ ਜਿਹੜੇ ਜਲਦੀ ਦੇ ਨਾਲ ਜੀ ਆਮ ਸ਼ੋਰ ਵੀ ਜਿਹੜੇ ਵੀਜ਼ੇ ਹੈਗੇ ਨੇ ਉਹ ਵੀ ਹੁਣ ਰਿਜ਼ਲਟ ਆਣੇ ਸ਼ੁਰੂ ਹੋ ਜਾਣਗੇ ਐਜ਼ ਜਿੱਦਾਂ ਹੁਣ ਆਨਲਾਈਨ ਐਡਮਿਸ਼ਨ ਚੱਲ ਰਹੀਆਂ ਹੈਗੀਆਂ ਨੇ। ਆਫਰ ਲੈਟਰ ਜਿਹੜਾ ਹੈਗਾ ਇੱਕ ਦਿਨ ਦੇ ਵਿੱਚ ਵੀ ਲਾਸਟ ਟਾਈਮ ਅਸੀਂ ਡਿਸਕਸ ਕੀਤਾ ਸੀਗਾ। ਆਫਰ ਲੈਟਰਸ ਇੱਕ ਦਿਨ ਚ ਆ ਰਹੇ ਆ, ਚਾਹੇ ਯੂਕੇ ਹੋਵੇ, ਚਾਹੇ ਕੈਨੇਡਾ ਹੋਵੇ, ਚਾਹੇ ਜਰਮਨੀ ਹੋਵੇ, ਚਾਹੇ ਆਸਟ੍ਰੇਲੀਆ ਹੋਵੇ। ਜੇ ਤੁਸੀਂ ਐਲੀਜੀਬਿਲਟੀ ਫੁੱਲਫਿਲ ਕਰਦੇ ਹੋ, ਤੁਸੀਂ ਡਾਕੂਮੈਂਟਸ ਪੂਰੇ ਕਰਤੇ ਨੇ,
ਆਫਰ ਲੈਟਰਸ ਇੱਕ ਦਿਨ ਚ ਆ ਰਹੇ ਨੇ। ਪਰ ਕਈ ਵਾਰੀ ਸਟੂਡੈਂਟ ਫਿਰ ਵੀ ਮੈਨੂੰ ਪੁੱਛਦੇ ਆ ਕਿ ਸਰ ਮੇਰੀ ਆਫਰ ਲੈਟਰ ਨਾ ਮਹੀਨਾ ਹੋ ਗਿਆ ਆਈ ਨਹੀਂ। ਅੱਛਾ। ਸੋ ਕੁਝ ਕਈ ਵਾਰੀ ਹੁਣ ਸਾਡੇ ਕੋਲ ਵੀ ਕਈ ਸਟੂਡੈਂਟਸ ਇਦਾਂ ਹੁੰਦੇ ਕਿ ਮਹੀਨਾ ਹੋ ਗਿਆ ਸਰ ਮੇਰੀ ਆਫਰ ਲੈਟਰ ਨਹੀਂ ਆਈ। ਹੁਣ ਕੁਝ ਰਿਕੁਆਇਰਮੈਂਟਸ ਹੁੰਦੀਆਂ ਸਪੈਸੀਫਿਕ, ਕਿਸੇ ਯੂਨੀਵਰਸਿਟੀ ਚ ਅਪਲਾਈ ਕੀਤਾ, ਕਿਸੇ ਸਪੈਸੀਫਿਕ ਕੋਰਸ ਚ ਅਪਲਾਈ ਕੀਤਾ, ਅਸੀਂ ਪੜ੍ਹ ਲੈਂਦੇ ਤੁਸੀਂ ਪੋਸਟ ਗ੍ਰੈਜੂਏਟ ਕੋਰਸ ਚ ਅਪਲਾਈ ਕੀਤਾ ਪਰ ਕਾਲਜ ਦੀ ਰਿਕੁਆਇਰਮੈਂਟ ਸੀ ਬੈਕਲੌਗ ਸਰਟੀਫਿਕੇਟ, ਅਸੀਂ ਪ੍ਰੋਵਾਈਡ ਨਹੀਂ ਕੀਤਾ, ਤੁਹਾਡੀ ਆਫਰ ਲੈਟਰ ਚ ਡਿਲੇ ਆਏਗਾ। ਯਾਨੀ ਜਦੋਂ ਤੱਕ ਉਹਨਾਂ ਦੀਆਂ ਰਿਕੁਆਇਰਮੈਂਟਸ ਪੂਰੀਆਂ ਨਹੀਂ ਹੋਣਗੀਆਂ ਉਦੋਂ ਤੱਕ ਰਿਕੁਆਇਰਮੈਂਟਸ ਨਾਲ ਆਫਰ ਲੈਟਰ ਜਾਂ ਕਿਸੇ ਵੀ ਕੰਟਰੀ ਚ ਅਪਲਾਈ ਕਰੋਗੇ ਅੱਜ ਦੀ ਡੇਟ ਚ 24 ਆਵਰਸ ਚ ਆਫਰ ਲੈਟਰਸ ਆਰ ਕਮਿੰਗ। ਗ੍ਰੇਟ। 24 ਆਵਰਸ ਚ ਕੁਝ ਕਾਲਜ ਹੱਲੇ ਵੀ ਟਾਈਮ ਲੈ ਰਹੇ ਨੇ ਕਿਉਂਕਿ ਉਹਨਾਂ ਕੋਲ ਅੱਜ ਦੀ ਡੇਟ ਚ ਵੀ ਬਹੁਤ ਰਸ਼ ਹੈ। ਕੁਝ ਕਾਲਜਸ ਦਾ ਆਉਣ ਵਾਲਾ ਸਤੰਬਰ ਇਨਟੇਕ ਕਲੋਜ਼ ਹੋ ਚੁੱਕਿਆ ਕੈਨੇਡਾ ਚ ਕਿਉਂਕਿ ਅੱਜ ਦੀ ਡੇਟ ਚ ਵੀ ਉਹਨਾਂ ਦੇ ਕਾਲਜਸ ਫੁੱਲ ਚੱਲ ਰਹੇ ਨੇ ਔਰ ਕੁਝ ਕਾਲਜਸ ਅੱਜ ਤੁਹਾਨੂੰ ਸਹੂਲਤਾਂ ਪ੍ਰੋਵਾਈਡ ਕਰ ਰਹੇ ਨੇ ਜਿਹੜੀਆਂ ਸਹੂਲਤਾਂ ਅਸੀਂ ਹਰ ਸ਼ੋਅ 'ਚ ਆ ਕੇ ਡਿਸਕਸ ਕਰ ਰਹੇ ਹਾਂ। ਸੋ ਜਲਦੀ ਤੋਂ ਜਲਦੀ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰੋ, ਡਿਲੇ ਨਾ ਕਰੋ। ਜੇ ਤੁਸੀਂ ਸੋਚ ਲਿਆ ਬਾਹਰ ਜਾਣ ਬਾਰੇ ਤਾਂ ਆਪਾਂ ਜ਼ਰੂਰ ਜਾਵਾਂਗੇ। ਜਿਹੜੀ ਸਿਚੁਏਸ਼ਨ ਅੱਜ ਹੈਗੀ ਅਸੀਂ ਪੋਜ਼ਿਟਿਵ ਰਵਾਂਗੇ ਤਾਂ ਜਲਦੀ ਹੀ ਖਤਮ ਹੋ ਜਾਏਗੀ ਔਰ ਤੁਹਾਡਾ ਬਾਹਰ ਜਾਣ ਦਾ ਸੁਪਨਾ ਪੂਰਾ ਹੋਏਗਾ। ਜੀ ਬਿਲਕੁਲ। ਤੇ ਲੈਂਡਮਾਰਕ ਇਮੀਗ੍ਰੇਸ਼ਨ ਨੰਬਰ ਸਕਰੀਨ ਦੇ ਉੱਤੇ ਜੀ ਜਲਦੀ ਦੇ ਨਾਲ ਇਹਨਾਂ ਦੇ ਨਾਲ ਕੰਟੈਕਟ ਤੁਸੀਂ ਜ਼ਰੂਰ ਕਰ ਸਕਦੇ ਹੋ ਤੇ ਨਾਲ ਹੀ ਇਹਨਾਂ ਦਾ ਫੇਸਬੁੱਕ ਪੇਜ ਅੱਜ ਹੀ ਲਾਈਕ ਕਰੋ ਤਾਂ ਕਿ ਜਦੋਂ ਵੀ ਹੁਣ ਅੱਗੇ ਜਾ ਕੇ ਯਾਨੀ ਕਿ ਲਾਈਵ ਸਾਡੇ ਸਟੱਡੀ ਵੀਜ਼ਾ ਐਕਸਪਰਟ ਹੋਣਗੇ ਜੀ ਤਾਂ ਤੁਸੀਂ ਇਹਨਾਂ ਦੇ ਨਾਲ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਵੀ ਆਪਣੇ ਸਵਾਲ ਜਿਹੜੇ ਹੈਗੇ ਨੇ ਸਾਂਝੇ ਕਰ ਸਕਦੇ ਹੋ। ਡੁਓਲਿੰਗੋ ਟੈਸਟ ਵਰਸਸ ਆਇਲਟਸ ਜਿਹੜਾ ਅੱਜ ਅਸੀਂ ਡਿਸਕਸ ਕੀਤਾ ਜੀ ਇਸ ਪ੍ਰੋਗਰਾਮ ਦੇ ਵਿੱਚ ਤਾਂ ਜਿਹੜੇ ਵੀ ਡਾਊਟਸ ਹੈਗੇ ਨੇ ਆਈ ਐਮ ਸ਼ੋਰ ਵੀ ਸਾਡੇ ਸਟੂਡੈਂਟਸ ਦੇ ਕਲੀਅਰ ਹੋਣਗੇ ਤੇ ਅਗਰ ਹਾਲੇ ਵੀ ਕੋਈ ਸਵਾਲ ਹੈ ਤਾਂ ਨੰਬਰਸ ਉੱਤੇ ਤੁਸੀਂ ਕਾਲ ਕਰਕੇ ਆਪਣਾ ਆਨਲਾਈਨ ਪ੍ਰੋਸੈਸ ਜਿੱਥੇ ਸ਼ੁਰੂ ਕਰੋਗੇ ਜੀ ਉੱਥੇ ਅਗਰ ਤੁਸੀਂ ਅਪਾਇੰਟਮੈਂਟ ਲੈ ਕੇ ਇਹਨਾਂ ਦੇ ਨਾਲ ਮੁਲਾਕਾਤ ਕਰਨੀ ਹੈ ਤਾਂ ਉਹ ਜਿਹੜੀ ਹੈਗੀ ਜੀ ਤੁਹਾਡੇ ਵਾਸਤੇ ਸਰਵਿਸ ਦਿੱਤੀ ਜ਼ਰੂਰ ਜਾਏਗੀ। ਤੇ ਫਿਲਹਾਲ ਜਿਹੜਾ ਨੈਕਸਟ ਸਾਡਾ ਅਪਕਮਿੰਗ ਸ਼ੋਅ ਰਹੇਗਾ ਜੀ ਉਹਦੇ ਵਿੱਚ ਅਸੀਂ ਜਾਣਾਂਗੇ ਕਿ ਵੀ ਹੁਣ ਜੁਲਾਈ ਮਹੀਨੇ ਦੇ ਵਿੱਚ ਕੀ ਸਾਡੇ ਵਿਦਿਆਰਥੀਆਂ ਦੇ ਵੀਜ਼ੇ ਆਣਗੇ ਜਾਂ ਫਿਰ ਨਹੀਂ ਆਣਗੇ। ਸੋ ਇਸ ਕਰਕੇ ਜੀ ਵੇਖਦੇ ਰਹਿ ਕਰੋ ਸਾਡਾ ਇੱਕ ਖਾਸ ਪ੍ਰੋਗਰਾਮ ਜੋ ਅਸੀਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਨੇ ਆ ਤੇ ਸਾਡਾ ਅੱਜ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਸਾਡਾ ਸਾਥ ਦਿੱਤਾ ਹੈ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਐਮਡੀ ਐਂਡ ਸਟੱਡੀ ਵੀਜ਼ਾ ਐਕਸਪਰਟ ਮਿਸਟਰ ਜਸਮੀਤ ਭਾਟੀਆ ਜੀ ਨੇ। ਸਰ ਜੀ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਤੇ ਇਸੇ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ, ਨੈਕਸਟ ਟਾਈਮ ਫੇਰ ਮੁਲਾਕਾਤ ਕਰਾਂਗੇ ਜੀ। ਬਿਲਕੁਲ ਵੇਖਣਾ ਨਹੀਂ ਭੁੱਲਣਾ ਸਾਡਾ ਇਹ ਖਾਸ ਪ੍ਰੋਗਰਾਮ। ਤੇ ਫਿਲਹਾਲ ਤੁਹਾਡੇ ਵਾਸਤੇ ਜੀ ਸਾਡੇ ਉਹ ਸਾਰੇ ਸਟੂਡੈਂਟਸ ਜਿਨ੍ਹਾਂ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਸਬਸਿਸ ਹਾਸਲ ਕੀਤੀਆਂ ਨੇ ਕੀ ਕਹਿਣਾ ਜੀ ਆਓ ਵੇਖਦੇ ਹਾਂ। Hello everyone, my name is Lavish Arora and I have got a golden opportunity to talk about my visa that I got near about 80% in my 12th and I scored overall 6.5, not less than 5.5 band in my IELTS. After biometric I got my visa within 9 days and it was a very good news for me and overall experience with Landmark was very nice to me. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਭਜੋਤ ਕੌਰ ਹੈ ਅਤੇ ਮੈਂ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਹਾਂ। ਮੈਂ ਗ੍ਰੈਜੂਏਸ਼ਨ 2018 ਦੇ ਵਿੱਚ ਕੰਪਲੀਟ ਕੀਤੀ ਸੀ ਤੇ ਉਸ ਤੋਂ ਬਾਅਦ ਮੇਰਾ 1 ਈਅਰ ਦਾ ਗੈਪ ਵੀ ਸੀ। ਥੈਂਕ ਯੂ ਸੋ ਮਚ ਲੈਂਡਮਾਰਕ ਦੀ ਪੂਰੀ ਟੀਮ ਨੇ ਜਿਨ੍ਹਾਂ ਨੇ ਮੇਰਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਦਿੱਤਾ ਤੇ ਮੇਰੇ ਓਵਰਆਲ 6.5 ਬੈਂਡ ਸੀ, ਨਾਟ ਦੈਨ 6। ਥੈਂਕ ਯੂ ਸੋ ਮਚ ਲੈਂਡਮਾਰਕ। ਸਤਿ ਸ਼੍ਰੀ ਅਕਾਲ ਜੀ, ਮੈਂ ਰਾਘਵ ਸ਼ਰਮਾ, ਮੈਂ ਖੰਨਾ ਦਾ ਰਹਿਣ ਵਾਲਾ ਹਾਂ। ਮੇਰੇ ਆਇਲਸ ਵਿੱਚ 7 ਬੈਂਡ ਸਕੋਰ ਓਵਰਆਲ ਆਏ ਸੀ ਤੇ ਕਿਸੇ 'ਚ ਵੀ 6 ਤੋਂ ਘੱਟ ਨਹੀਂ ਸੀ ਐਂਡ ਮੇਰੀ ਪ੍ਰੀਵੀਅਸ ਸਟੱਡੀਜ਼ ਜਿਹੜੀਆਂ ਹੈਗੀਆਂ ਨੇ ਉਹ 2019 ਵਿੱਚ +2 ਕਲੀਅਰ ਆਊਟ ਕੀਤੀ ਹੈ ਮੈਂ ਵਿਦ 70% ਮਾਰਕਸ ਐਂਡ ਮੈਂ ਲੈਂਡਮਾਰਕ ਦੀ ਐਡਵਰਟਾਈਜ਼ਮੈਂਟਸ ਬਹੁਤ ਦੇਖੀਆਂ ਸੋ ਮੈਂ ਇਹਨਾਂ ਨੂੰ ਅਪਰੋਚ ਕੀਤਾ ਐਂਡ ਇਹਨਾਂ ਨਾਲ ਮੈਂ ਫਿਰ ਆਪਣਾ ਫਾਈਲਿੰਗ ਦਾ ਕੰਮ ਸਟਾਰਟ ਕੀਤਾ। ਸੋ ਮੈਂ ਨਾਰਥਰਨ ਕਾਲਜ ਵਿੱਚ ਅਪਲਾਈ ਕੀਤਾ ਐਂਡ ਸੈਪਟੈਂਬਰ ਇਨਟੇਕ ਦੇ ਲਈ ਮੇਰਾ ਵੀਜ਼ਾ ਮੇਰੇ ਹੱਥ 'ਚ ਹੈ। ਥੈਂਕ ਯੂ ਲੈਂਡਮਾਰਕ। ਮੇਰਾ ਨਾਮ ਗੁਰਜੋਤ ਸਿੰਘ ਹੈ ਜੀ, ਮੈਂ ਰੋਪੜ ਦਾ ਰਹਿਣ ਵਾਲਾ ਹਾਂ। ਮੈਂ ਆਪਣੀ +2 70% ਨਾਲ ਪਾਸ ਕੀਤੀ ਤੇ ਉਸ ਤੋਂ ਬਾਅਦ ਮੈਂ ਆਇਲਸ ਕੀਤੀ ਤੇ ਜਿਸ ਵਿੱਚ ਮੇਰੇ ਓਵਰਆਲ 6 ਤੇ ਨਾਟ ਲੈਸ ਦੈਨ 5.5 ਇਨ 1 ਮੋਡਿਊਲ ਬੈਂਡ ਆਏ। ਉਸ ਤੋਂ ਬਾਅਦ ਫਿਰ ਮੈਂ ਲੈਂਡਮਾਰਕ ਕੋਲ ਆਇਆ ਤੇ ਇਹਨਾਂ ਕੋਲ ਆਪਣੀ ਫਾਈਲ ਪ੍ਰੋਸੈਸ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਦੀ ਸਰਵਿਸ ਕਾਫੀ ਵਧੀਆ ਲੱਗੀ ਤੇ ਮੈਂ CD ਕਾਲਜ ਵਿੱਚ ਅਪਲਾਈ ਕੀਤਾ ਤੇ ਮੇਰਾ CD ਕਾਲਜ ਵਿੱਚ ਵੀਜ਼ਾ ਆ ਗਿਆ ਤੇ ਹੁਣ ਮੇਰਾ ਵੀਜ਼ਾ ਮੇਰੇ ਹੱਥ 'ਚ ਹੈ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9914400369।